ਹੋਈ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ੀ। ਅੱਜ ਕੋਰਟ ਦੀ ਵਧਾਈ ਗਈ ਸੁਰੱਖਿਆ। ਸਾਰੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ। ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਦੇ ਵਿੱਚ ਮੁਲਜ਼ਮ ਹੈ ਟਾਈਟਲਰ। ਨਿਰਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ ਦਾ ਵਿਰੋਧ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਫੈਸਲੇ ਤੇ ਚੁੱਕੇ ਸਵਾਲ। ਬੋਲੇ, ਸਾਡੀ ਕੌਮ ਦੇ ਆਗੂਆਂ ਦੀ ਕਮਜ਼ੋਰ, ਬੇਵਸ ਤੇ ਲਾਚਾਰ ਆਵਾਜ਼ ਕਰਕੇ ਨਹੀਂ ਮਿਲ ਰਿਹਾ ਇਨਸਾਫ। ਨੂੰ ਹਿੰਸਾ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ। ਬੋਲੇ, ਮੇਰੇ ਕੋਲ ਨਹੀਂ ਸੀ ਕੋਈ ਖੂਫੀਆ ਜਾਣਕਾਰੀ। ਏਸੀਐਸ ਤੇ ਡੀਜੀਪੀ ਦੇ ਕੋਲ ਵੀ ਨਹੀਂ ਸੀ ਇਨਫੋਰਮੇਸ਼ਨ। ਜੇ ਸੀਆਈਡੀ ਇੰਸਪੈਕਟਰ ਕੋਲ ਸੀ ਇਨਪੁਟ ਤਾਂ ਕਿਉਂ ਨਹੀਂ ਕੀਤੀ ਸਾਂਝੀ। ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਬੋਲੇ ਕਰਨਾਟਕ ਦੇ ਸਿਹਤ ਮੰਤਰੀ। ਕਿਹਾ, ਕੁਝ ਖਾਸ ਨਹੀਂ ਨੇ ਮੁਹੱਲਾ ਕਲੀਨਿਕ, ਜਿਸ ਤਰ੍ਹਾਂ ਦੇ ਵਿਖਾਇਆ ਗਿਆ ਉਸ ਤਰ੍ਹਾਂ ਦੇ ਨਹੀਂ। ਪਹਿਲਾਂ ਦਿਨੇਸ਼ ਗੁੰਡੂ ਰਾਓ ਨੇ ਕੀਤੀ ਸੀ ਮੁਹੱਲਾ ਕਲੀਨਿਕ ਦੀ ਤਾਰੀਫ। ਮੁੰਬਈ 'ਚ ਹੋਵੇਗੀ ਇੰਡੀਆ ਗੱਠਜੋੜ ਦੀ ਤੀਜੀ ਮੀਟਿੰਗ। ਸੂਤਰਾਂ ਮੁਤਾਬਕ 31 ਅਗਸਤ ਤੇ 1 ਸਤੰਬਰ ਨੂੰ ਹੋਵੇਗੀ ਇਕਜੁੱਟਤਾ। ਸ਼ਿਵ ਸੈਨਾ ਚੀਫ ਉਧਵ ਠਾਕਰੇ ਅਤੇ ਐਨਸੀਪੀ ਚੀਫ ਸ਼ਰਦ ਪਵਾਰ ਵੱਲੋਂ ਕੀਤੀ ਜਾਵੇਗੀ ਮੇਜ਼ਬਾਨੀ। ਗੈਂਗਸਟਰ ਬਿਕਰਮ ਬਰਾੜ ਨੂੰ ਦਿੱਲੀ ਤੋਂ ਫਰੀਦਕੋਟ ਲੈ ਕੇ ਆਈ ਪੁਲਿਸ। ਕੋਰਟ 'ਚ ਪੇਸ਼ ਕਰਕੇ ਲਿਆ ਜਾਏਗਾ ਰਿਮਾਂਡ। ਕੋਟਕਪੂਰਾ ਦੇ ਵਿੱਚ ਰੰਗਦਾਰੀ ਦੇ ਡੇਰਾ ਪ੍ਰੇਮੀ ਕਤਲ ਮਾਮਲੇ 'ਚ ਹੋਵੇਗੀ ਪੁੱਛਗਿੱਛ। ਜੰਮੂ ਦੇ ਕੁਲਗਾਮ ਦੇ ਵਿੱਚ ਫੌਜ ਤੇ ਦਹਿਸ਼ਤਗਰਦਾਂ ਵਿਚਾਲੇ ਹੋਇਆ ਐਨਕਾਊਂਟਰ। ਫੌਜ ਦੇ 3 ਜਵਾਨ ਸ਼ਹੀਦ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ। ਲੁਧਿਆਣਾ 'ਚ ਹੋਈ ਵਾਰਡਬੰਦੀ ਨੂੰ ਲੈ ਕੇ ਬਕੀ ਸਿਆਸਤ। ਸਾਬਕਾ ਮੰਤਰੀ ਆਸ਼ੂ ਦੀ ਪਤਨੀ ਦਾ ਵਾਰਡ ਕੀਤਾ ਐਸਸੀ। ਕਾਂਗਰਸ ਬੋਲੀ, ਝੂਠ ਦਾ ਸਹਾਰਾ ਲੈ ਕੇ ਕੀਤੀ ਜਾ ਰਹੀ ਵਾਰਡਬੰਦੀ। ਤਾਂ ਅਕਾਲੀ ਦਲ ਨੇ ਕਿਹਾ, ਚਹੇਤਿਆਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਵਾਰਡਬੰਦੀ। ਸਿਰਸਾ ਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਧਰਨਾ ਦੇ ਰਹੇ ਨੇ ਕਿਸਾਨ। ਬੀਮਾ ਕਲੇਮ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਜਾਰੀ ਹੈ ਕਿਸਾਨਾਂ ਦਾ ਧਰਨਾ। ਮੰਗਾਂ ਪੂਰੀਆਂ ਨਾ ਹੋਣ ਤੇ ਧਰਨਾ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ। ਪਠਾਨਕੋਟ ਦੇ ਵਿੱਚ ਨਕਾਬਪੋਸ਼ਾਂ ਨੇ ਫਿਲਮੀ ਸਟਾਈਲ 'ਚ ਰੋਕੀ ਸਕੂਲ ਵੈਨ। ਬੱਚੇ ਦੀ ਤਲਾਸ਼ 'ਚ ਵੈਨ ਦੀ ਕੀਤੀ ਚੈਕਿੰਗ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ। ਪਤੀ ਪਤਨੀ ਵਿਚਾਲੇ ਵਿਵਾਦ ਦੱਸਿਆ ਜਾ ਰਿਹਾ ਕਾਰਨ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ, ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਦੇ ਹਾਂ। ਲੁਧਿਆਣਾ ਦੇ ਵਿੱਚ ਵਾਰਡਬੰਦੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਲਗਾਤਾਰ ਭਖ ਰਹੀ ਹੈ। ਵਿਰੋਧੀਆਂ ਨੇ ਵਾਰਡਬੰਦੀ ਤੇ ਸਵਾਲ ਚੁੱਕੇ ਨੇ। ਚੋਣਾਂ ਤੋਂ ਪਹਿਲਾਂ ਹੀ ਕਈ ਵੱਡੇ ਚਿਹਰੇ ਮੈਦਾਨ ਤੋਂ ਬਾਹਰ ਹੋ ਗਏ ਨੇ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਦਾ ਵਾਰਡ ਐਸਸੀ ਕੈਟੇਗਰੀ ਦੇ ਲਈ ਰਿਜ਼ਰਵ ਐਲਾਨਿਆ ਗਿਆ ਹੈ। ਆਸ਼ੂ ਦੀ ਪਤਨੀ ਮਮਤਾ ਨੇ ਸਰਕਾਰ ਤੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਝੂਠ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਾਰਡਬੰਦੀ ਕਰਵਾਈ ਹੈ। ਮੇਰੇ ਵਾਰਡ ਦੇ ਵਿੱਚ ਐਸਸੀ ਵੋਟ ਨਾ ਮਾਤਰ ਹੈ। ਮਮਤਾ ਆਸ਼ੂ ਨੇ ਕਿਹਾ ਕਿ ਮੇਰੇ ਵਾਰਡ ਦੇ ਵਿੱਚ ਐਸਸੀ ਵੋਟ ਨਾ ਮਾਤਰ ਹੈ। ਵਾਰਡ ਖਤਮ ਕਰਨ ਲਈ ਜਵਾਹਰ ਨਗਰ ਕੈਂਪ ਤੇ ਹੋਰ ਇਲਾਕਿਆਂ ਨੂੰ ਨਾਲ ਜੋੜਿਆ ਗਿਆ ਹੈ। ਅਕਾਲੀ ਦਲ ਨੇ ਵੀ ਸਰਕਾਰ ਤੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਤੋੜ ਮਰੋੜ ਕੇ ਵਾਰਡਬੰਦੀ ਕੀਤੀ ਗਈ ਹੈ। ਮਹੇਸ਼ਿੰਦਰ ਗਰੇਵਾਲ ਅਕਾਲੀ ਦਲ ਦੇ ਆਗੂ, ਉਹਨਾਂ ਨੇ ਕਿਹਾ ਕਿ ਤੋੜ ਮਰੋੜ ਕੇ ਵਾਰਡਬੰਦੀ ਕੀਤੀ ਹੈ। ਚਹੇਤਿਆਂ ਨੂੰ ਖੁਸ਼ ਕਰਨ ਲਈ ਮਨਮਾਨੇ ਤਰੀਕੇ ਨਾਲ ਵਾਰਡਬੰਦੀ ਕੀਤੀ ਹੈ। ਭੂਗੋਲਿਕ ਨਜ਼ਰੀਏ ਦੀ ਥਾਂ ਸਿਆਸੀ ਨਜ਼ਰੀਏ ਤੋਂ ਵਾਰਡਬੰਦੀ ਕੀਤੀ ਗਈ ਹੈ। ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦੇ ਵਾਰਡ ਦਾ ਜ਼ਿਆਦਾਤਰ ਹਿੱਸਾ ਬਾਕੀ ਵਾਰਡਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਜਸਪਾਲ ਗਿਆਸਪੁਰਾ ਦੇ ਵਾਰਡ ਨੂੰ ਮਹਿਲਾਵਾਂ ਦੇ ਲਈ ਰਾਖਵਾਂ ਕੀਤਾ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਨਗਰ ਨਿਗਮ ਦੇ ਵਿੱਚ 95 ਵਾਰਡ ਨੇ ਤੇ ਨਵੀਂ ਵਾਰਡਬੰਦੀ ਦੇ ਮੁਤਾਬਕ ਹੁਣ 48 ਵਾਰਡ ਮਹਿਲਾਵਾਂ ਤੇ 47 ਵਾਰਡ ਪੁਰਸ਼ਾਂ ਦੇ ਲਈ ਨੇ, ਜਿਨ੍ਹਾਂ ਵਿੱਚੋਂ 14 ਵਾਰਡ ਅਨੁਸੂਚਿਤ ਜਾਤੀਆਂ ਦੇ ਲਈ ਰਾਖਵੇਂ ਕੀਤੇ ਗਏ ਨੇ। ਇਹਨਾਂ ਵਿੱਚੋਂ ਵੀ 7 ਵਾਰਡ ਮਹਿਲਾਵਾਂ ਤੇ 2 ਵਾਰਡ ਪਿਛੜੀਆਂ ਸ਼੍ਰੇਣੀਆਂ ਦੇ ਲਈ ਰਾਖਵੇਂ ਕੀਤੇ ਗਏ ਨੇ। देखो, जे आप पिछले सारे वार्डबंदी देखिए तो जी इत्थे दी पॉपूलेशन है वो एससी पॉपूलेशन तो मेजोरिटी दे विच नहीं है। जिन्नियां भी इलैक्शनस होईयां डाटे सारे कोल है, तुसीं निकाल के देख सकते हैगे हो। पर जदों वार्डबंदी हुंदी हैगी आ ते इन्हां दी अपनी मर्जी हुंदी है किहड़े महल्ले तुसीं नाल जोड़ने आ। इन्हां ने मेरे वाला वार्ड सारा ही पुराने 68 दे नाल ऐड करके ते उहनूं तां एससी रिजर्व कीता हैगा आ। कह सकते हैं कि थोड़ा वार्ड ही खत्म कर बिल्कुल वार्ड, बिल्कुल एक वार्ड यानी कि बिल्कुल खत्म ही करता है। ਪੋਲੀਟੀਕਲ ਕਰੈਕਟਰ ਹੈ ਜਾਂ ਪੋਲੀਟੀਕਲ ਦਾ ਧਰਮ ਹੈ ਜਾਂ ਐਥਿਕਸ ਹੈ, ਉਹ ਇਹ ਹੁੰਦੇ ਆ ਕਿ ਜੇ ਹਲਕੇ ਵਧਣੇ ਹੋਣ ਜਾਂ ਹਲਕੇ ਘਟਣੇ ਹੋਣ ਤਾਂ ਮੌਜੂਦਾ ਹਲਕਿਆਂ ਵਿੱਚ ਭੰਨ ਤੋੜ ਹੁੰਦੀ ਹੈ, ਕਿਉਂਕਿ ਉਹ ਗਿਣਤੀ ਦੇ ਮੁਤਾਬਕ ਉਹਦੇ ਮੁਤਾਬਕ ਐਡਜਸਟ ਕਰਨੇ ਪੈਂਦੇ ਆ। ਵਾਰਡ ਆਉਣੇ ਹੀ ਨੇ, ਪਰ ਭੰਨ ਤੋੜ ਇੰਨੀ ਬੁਰੀ ਤਰ੍ਹਾਂ ਕੀਤੀ ਹੈ
ਕਿਸੇ ਦਾ ਹੱਥ, ਕਿਸੇ ਦਾ ਸਿਰ, ਕਿਸੇ ਦਾ ਪੈਰ। ਉਸ ਤਰ੍ਹਾਂ ਕਰਕੇ ਇਹਨਾਂ ਨੇ ਪ੍ਰਭਾਵ ਦਿੱਤਾ ਹੈ ਕਿ ਕੁਝ ਜਿਵੇਂ ਆਪਣੇ ਕੁਝ ਖਾਸ ਚਹੇਤਿਆਂ ਨੂੰ ਚਾਹੁੰਦੇ ਆ ਕਿ ਕਾਰਪੋਰੇਸ਼ਨ ਤੇ ਕਬਜ਼ਾ ਕਰੀਏ। ਕਬਜ਼ਾ ਉਹ ਭੁਲੇਖਾ ਉਹਨਾਂ ਦਾ ਸਰਕਾਰ ਤੇ ਵੀ ਲੋਕਾਂ ਨੇ ਕਬਜ਼ਾ ਕਰਾਇਆ, ਉਹਨਾਂ ਦੀ ਆਪਣੀ ਕਾਰਵਾਈ ਕਰਕੇ ਨਹੀਂ ਹੋਇਆ ਕੋਈ। ਮੈਂ ਸਮਝਦਾ ਕਿ ਅੱਜ ਵੀ ਉਹਨਾਂ ਨੂੰ ਇਹ ਲਿਸਟ ਵਾਪਸ ਲੈਣੀ ਚਾਹੀਦੀ ਹੈ। ਜਿਹੜੀਆਂ ਪਹਿਲੀਆਂ ਸੀਟਾਂ ਨੇ ਉਹ ਰੱਖ ਕੇ ਚੋਣਾਂ ਕਰਾਉਣੀਆਂ ਚਾਹੀਦੀਆਂ। ਜਦ ਵਾਰਡ ਵਧਣਗੇ ਉਦੋਂ ਭੰਨਤੋੜ ਜਿਹੜੀ ਕਰਨੀ ਆ ਕਰ ਲੈਣ। 2018 'ਚ ਕੀ ਹੋਇਆ ਸੀ, 2000 ਜਦੋਂ ਵਾਰਡਬੰਦੀ ਉਦੋਂ ਵੀ ਹੋਈ ਸੀ, ਉਦੋਂ ਜਿਹੜੇ ਇੱਥੋਂ ਦੇ ਪੁਰਾਣੇ ਹੁਕਮਰਾਨ ਸੀਗੇ ਉਹਨਾਂ ਨੇ ਭੰਨਤੋੜ ਕਿਸ ਤਰੀਕੇ ਨਾਲ ਕੀਤੀ ਸੀ, ਕਿਸ ਤਰੀਕੇ ਨਾਲ ਬੇਨਿਯਮੀਆਂ ਨਾਲ ਧੱਜੀਆਂ ਉਡਾਈਆਂ ਸੀ। ਅਸੀਂ ਤਾਂ ਫਿਰ ਕਾਨੂੰਨ ਦੇ ਦਾਇਰੇ 'ਚ ਜੋ ਸੰਵਿਧਾਨ ਦੇ ਮੁਤਾਬਕ ਜਿਸ ਤਰੀਕੇ ਨਾਲ ਅਸੀਂ ਕੋਈ ਵਾਰਡ ਵਧਾਈ ਨਹੀਂ, ਕੋਈ ਵਾਰਡ ਅਸੀਂ ਘਟਾਈ ਨਹੀਂ। 95 ਵਾਰਡਾਂ ਪਹਿਲਾਂ ਸੀ, 95 ਵਾਰਡਾਂ ਹੁਣ। ਜਿਸ ਹਲਕੇ ਦੇ ਵਿੱਚ ਜਿੰਨੀਆਂ ਵਾਰਡਾਂ ਸੀ, ਕਿਸੇ 17, ਕਿਸੇ 15, ਕਿਸੇ 19, ਕਿਸੇ 16, ਕਿਸੇ 18 ਵਾਰਡਾਂ ਵੀ ਉਨੀਆਂ ਨੇ। ਅਸੀਂ ਕਾਹਦੀ ਭੰਨਤੋੜ ਕੀ ਕਰਤੀ ਦੱਸੋ ਜੀ ਇਹਦੇ 'ਚ। ਸਰ ਉਹ ਕਹਿੰਦੇ ਨੇ ਜਨਰਲ ਕੈਟਾਗਰੀ ਨੂੰ ਐਸਸੀ ਬਣਾਤਾ। ਦੇਖੋ ਇਹ ਮੇਰੀ ਗੱਲ ਸੁਣੋ, ਇਹ ਰੋਟੇਸ਼ਨ ਜਦੋਂ ਹੁੰਦੀ ਹੈ ਉਹਦੇ ਵਿੱਚ ਸੰਵਿਧਾਨ ਦੇ ਮੁਤਾਬਕ ਜਿੰਨੇ % SC BC ਹੋਣੇ ਆ, ਉਹ ਜਿੰਨੇ 50% ਤਾਂ ਲੇਡੀਜ਼ ਆ, ਔਡ ਐਂਡ ਈਵਨ ਤਾਂ ਹੈਗਾ ਹੀ ਆ। ਅਗਰ ਇੱਕ ਨੰਬਰ ਵਾਰਡ ਲੇਡੀਜ਼ ਆ ਤਾਂ 2 ਨੰਬਰ ਓਬਵੀਅਸਲੀ ਜੈਂਟਸ ਹੋਣਾ, 3 ਲੇਡੀਜ਼ ਆ ਤਾਂ 4 ਔਡ ਐਂਡ ਈਵਨ ਹੀ ਆ, 4 ਜੈਂਟਸ ਹੋਣਾ। ਇਹਦੇ ਵਿੱਚੋਂ 95 ਵਾਰਡਾਂ 'ਚੋਂ ਜਿਹੜੇ ਬਾਕੀ 7 ਵਾਰਡ ਆ, ਮੇਰਾ ਖਿਆਲ ਕਿੰਨੇ 7 ਕੇ 11 ਜਿੰਨੇ ਵੀ ਨੇ, ਉਹ SC ਜਾਂ BC ਬਣਨੇ ਨੇ। ਉਹ ਸੰਵਿਧਾਨ ਦੇ ਮੁਤਾਬਕ ਅਸੀਂ ਬਣਾਏ ਨੇ। ਅਸੀਂ ਵਾਰਡਬੰਦੀ ਕਰਦੇ ਹੋਏ ਇਸ ਵਾਰੀ ਪੋਪੂਲੇਸ਼ਨ ਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਡੋਰ ਟੂ ਡੋਰ ਸਰਵੇ ਹੋਇਆ ਸੀ ਉਹਦੇ ਨਾਲ ਆਬਾਦੀ ਦੇ ਜੋ ਆંકੜੇ ਸਾਡੇ ਕੋਲ ਆਏ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਵਾਰਡਾਂ 'ਚ ਆਬਾਦੀ ਜ਼ਿਆਦਾ ਸੀ, ਘੱਟ ਸੀ, ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟੋਟਲ ਵਾਰਡਸ 95 हैं, ਜਿਹਦੇ ਵਿੱਚੋਂ 50% ਵਿਮਨ ਰਿਜ਼ਰਵੇਸ਼ਨ ਹੈ, 14 ਵਾਰਡ SC ਲਈ ਰਿਜ਼ਰਵ ਹੈ ਐਂਡ 2 ਵਾਰਡ BC ਲਈ ਰਿਜ਼ਰਵ ਹੈ। ਅੱਛਾ ਮੈਮ, ਇਹਨਾਂ ਵਾਰਡਾਂ ਦੇ ਵਿੱਚ ਕੁਝ ਵਾਰਡਾਂ ਦੇ SC ਤੋਂ BC ਤੋਂ ਜਨਰਲ ਜਾਂ ਕੁਝ ਇੱਦਾਂ ਹੀ ਚੇਂਜਿੰਗ ਵੀ ਕੀਤੀ ਗਈ ਹੈ ਡਿਊ ਟੂ ਪਬਲਿਕ। इट इज़ पॉसिबल आबादी के हिसाब नाल, क्योंकि ये गाइडलाइंस जो है आबादी के हिसाब नाल इन्हां दी रिजर्वेशन हुंदी है। जिहड़े वार्डां 'च ज़्यादा SC आबादी रहिंदी है, BC आबादी रहिंदी है, उही वार्ड्स उन्हां दे लई राखवे कीते जांदे हन। सो आबादी के आंकड़ियां के हिसाब नाल ही जो भी कोई वार्डबंदी ड्राफ्ट हुई है उहदे अकॉर्डिंग ਤਾਂ ਇਸ ਵੇਲੇ ਮੇਰੇ ਸਹਿਯੋਗੀ ਰੋਹਿਤ ਗੌਡ ਫੋਨ ਲਾਈਨ ਤੇ ਜੁੜੇ ਨੇ। ਰੋਹਿਤ, ਕਾਫੀ ਸਿਆਸਤ ਵੇਖਣ ਨੂੰ ਮਿਲ ਰਹੀ ਹੈ ਵਾਰਡਬੰਦੀ ਦੇ ਮਾਮਲੇ ਦੇ ਵਿੱਚ। ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਪਣੇ ਚਹੇਤਿਆਂ ਦੇ ਹਿਸਾਬ ਦੇ ਨਾਲ ਵਾਰਡਬੰਦੀ ਕੀਤੀ ਗਈ ਹੈ। ਜਿਸ ਤਰੀਕੇ ਦੇ ਨਾਲ ਵਾਰਡਬੰਦੀ ਹੋਣੀ ਚਾਹੀਦੀ ਸੀ ਜਾਂ ਜਿਸ ਤਰੀਕੇ ਦੇ ਨਾਲ ਹੋ ਸਕਦੀ ਸੀ ਉਸ ਤਰੀਕੇ ਦੇ ਨਾਲ ਨਹੀਂ ਕੀਤੀ ਗਈ। ਦੂਸਰੇ ਪਾਸੇ ਜੋ ਵਿਧਾਇਕ ਨੇ ਜਾਂ ਫਿਰ MC ਕਮਿਸ਼ਨਰ ਨੇ ਉਹ ਕਹਿ ਰਹੇ ਨੇ ਕਿ ਆਬਾਦੀ ਦੇ ਹਿਸਾਬ ਨਾਲ ਵਾਰਡਬੰਦੀ ਕੀਤੀ ਗਈ ਹੈ। ਕੀ ਕੁਝ ਪੂਰੀ ਜਾਣਕਾਰੀ ਇਸ ਮਾਮਲੇ ਤੇ, ਪਹਿਲਾਂ ਕਿਸ ਤਰੀਕੇ ਦੇ ਨਾਲ ਵਾਰਡਬੰਦੀ ਹੁੰਦੀ ਸੀ? ਬਿਲਕੁਲ ਅਰਸ਼ੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਹੈਗੇ ਨੇ ਉਹਨਾਂ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ 95 ਦੇ 95 ਵਾਰਡ ਹੀ ਹੈਗੇ ਆ। ਪਿਛਲੀ ਵਾਰੀ ਵੀ 95 ਵਾਰਡ ਸੀ ਤਾਂ ਇਸ ਵਾਰੀ ਵੀ ਅਸੀਂ 95 ਵਾਰਡ ਹੀ ਰੱਖੇ ਨੇ, ਨਾ ਤਾਂ ਘਟਾਏ ਗਏ ਨੇ ਨਾ ਹੀ ਵਧਾਏ ਗਏ ਨੇ। ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਹੋਰ ਸਾਫ਼ ਹੁੰਦੀ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਵਾਰ ਦੀ ਵਾਰਡਬੰਦੀ ਦੇ ਵਿੱਚ ਅਸੀਂ ਕੁਝ ਵਾਰਡ ਚੇਂਜ ਜ਼ਰੂਰ ਕੀਤੇ ਨੇ, ਕਿਉਂਕਿ ਆਬਾਦੀ ਦੇ ਹਿਸਾਬ ਨਾਲ ਉਹ ਜਿਹੜੇ ਵਾਰਡ ਹੈਗੇ ਨੇ ਉਹਨਾਂ ਨੂੰ SC ਤੋਂ BC ਤੋਂ ਜਨਰਲ ਕੈਟਾਗਰੀ ਦੇ ਵਿੱਚ ਸ਼ਿਫਟ ਕੀਤੇ ਗਏ ਨੇ। ਤਾਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਹੈਗੇ ਨੇ ਉਹ ਹੁਣ ਇਸ ਚੀਜ਼ ਦਾ ਜਿਹੜਾ ਵਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਵਾ ਕਿ ਇਹ ਜਿਹੜੀ ਵਾਰਡਬੰਦੀ ਕੀਤੀ ਗਈ ਹੈ ਇਸ ਦੇ ਵਿੱਚ ਆਪਣੇ ਚਹੇਤਿਆਂ ਨੂੰ ਕਿਤੇ ਨਾ ਕਿਤੇ ਮੱਦੇਨਜ਼ਰ ਰੱਖਦੇ ਹੋਏ ਇਸ ਵਾਰਡਬੰਦੀ ਨੂੰ ਚੇਂਜ ਕੀਤਾ ਗਿਆ ਵਾ। ਔਰ ਇੱਥੇ ਤੱਕ ਕਿ ਜਿਹੜੇ ਮਮਤਾ ਆਸ਼ੂ ਹੈਗੇ ਨੇ ਉਹਨਾਂ ਨੇ ਤਾਂ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਵਾ ਕਿ ਇਹ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਔਰ ਜਿਸ ਦੇ ਚਲਦੇ ਜਿਹੜੇ ਵਾਰਡਬੰਦੀ ਹੈ ਉਹਦੇ ਵਿੱਚ ਕਈ ਐਸੇ ਸ਼ਖਸ ਹੈਗੇ ਨੇ ਜਿਹੜੇ ਜਿੱਥੇ ਵਿਰੋਧੀ ਪਾਰਟੀਆਂ ਜਿੱਤੀਆਂ ਸੀ ਉਸ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਇਹ ਵਾਰਡਬੰਦੀ ਨੂੰ ਚੇਂਜ ਕਰਵਾਇਆ ਗਿਆ ਵਾ। ਤੇ ਇਹ ਆਰੋਪ ਆਮ ਆਦਮੀ ਪਾਰਟੀ ਉੱਤੇ ਲੱਗ ਰਹੇ ਨੇ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਸਾਫ਼ ਤੌਰ ਤੇ ਕਹਿਣਾ ਵਾ ਕਿ ਇਹ ਚੀਜ਼ ਕੋਈ ਪਹਿਲਾਂ ਨਹੀਂ ਹੋਈ ਹੈ ਔਰ ਇਹ ਚੀਜ਼ ਸਿਰਫ ਔਰ ਸਿਰਫ ਪਬਲਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਬਣਾਈ ਗਈ ਹੈ ਵਾਰਡਬੰਦੀ। ਔਰ ਉਸ ਦੇ ਤਹਿਤ ਹੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤਾ ਗਿਆ ਵਾ ਜਨਤਕ ਤੌਰ ਦੇ ਉੱਤੇ। ਔਰ ਉਸ ਦੇ ਵਾਸਤੇ ਇੱਕ ਆਬਜੈਕਸ਼ਨ ਡੇਟ ਵੀ ਰੱਖ ਦਿੱਤੀ ਗਈ ਹੈ ਕਿ ਅਗਰ ਕਿਸੇ ਸ਼ਖਸ ਨੂੰ ਕੋਈ ਆਬਜੈਕਸ਼ਨ ਹੈਗਾ ਵਾ ਤਾਂ ਉਹ ਆਪਣਾ ਆਬਜੈਕਸ਼ਨ ਨਗਰ ਨਿਗਮ 'ਚ ਦਾਖਲ ਕਰਾ ਸਕਦਾ ਵਾ ਔਰ ਉਸ ਦਾ ਪੂਰਾ ਅਧਿਕਾਰ ਹੈ
ਦੱਸ ਸਕਦਾ ਹੈ ਕਿ ਕਿਸ ਤਹਿਤ ਉਸਨੇ ਆਬਜੈਕਸ਼ਨ ਕੀਤਾ ਹੈ ਤੇ ਉਸ ਚੀਜ਼ ਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਤੇ ਇਸ ਕਰਕੇ ਹਾਲ ਦੇ ਫਿਲਹਾਲ ਇਸ ਚੀਜ਼ ਨੂੰ ਲੈ ਕੇ ਹੁਣ ਜਿਹੜਾ ਰਾਜਨੀਤਿਕ ਮਾਹੌਲ ਹੈ ਉਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਜੀ ਸ਼ੁਕਰੀਆ ਰੋਹਿਤ, ਪੂਰੀ ਜਾਣਕਾਰੀ ਦੇ ਲਈ। ਤਾਂ ਸਿਆਸਤ ਨਜ਼ਰ ਆ ਰਹੀ ਹੈ ਵਾਰਡਬੰਦੀ ਨੂੰ ਲੈ ਕੇ, ਵਿਰੋਧੀ ਇਲਜ਼ਾਮ ਲਗਾ ਰਹੇ ਨੇ ਕਿ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਵਾਰਡਬੰਦੀ ਗਲਤ ਤਰੀਕੇ ਦੇ ਨਾਲ ਕੀਤੀ ਗਈ ਹੈ। ਦੂਸਰੇ ਪਾਸੇ ਐਮਸੀ ਕਮਿਸ਼ਨਰ ਕਹਿ ਰਹੇ ਨੇ ਕਿ ਆਬਾਦੀ ਦੇ ਹਿਸਾਬ ਦੇ ਨਾਲ ਵਾਰਡਬੰਦੀ ਕੀਤੀ ਹੈ, ਵਿਧਾਇਕ ਕਹਿ ਰਹੇ ਨੇ ਕਿ ਆਬਾਦੀ ਦੇ ਹਿਸਾਬ ਨਾਲ ਵਾਰਡਬੰਦੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕਿ ਜਿਸ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਸ਼ਿਕਾਇਤ ਦੇ ਸਕਦਾ ਹੈ ਤੇ ਉਸ ਤੇ ਚਰਚਾ ਹੋ ਸਕਦੀ ਹੈ, ਉਸ ਤੇ ਜਾਂਚ ਹੋ ਸਕਦੀ ਹੈ। ਵੱਡੀ ਖਬਰ ਨੂੰ ਹਿੰਸਾ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ ਆਇਆ ਹੈ। ਕਹਿ ਰਹੇ ਨੇ ਕਿ ਮੇਰੇ ਕੋਲ ਕੋਈ ਖੂਫੀਆ ਜਾਣਕਾਰੀ ਨਹੀਂ ਸੀ। ਏਸੀਐਸ ਤੇ ਡੀਜੀਪੀ ਨੇ ਵੀ ਕਿਹਾ ਕਿ ਉਹਨਾਂ ਦੇ ਕੋਲ ਵੀ ਕੋਈ ਜਾਣਕਾਰੀ ਨਹੀਂ ਸੀ। ਜੇ ਸੀਆਈਡੀ ਇੰਸਪੈਕਟਰ ਦੇ ਕੋਲ ਜਾਣਕਾਰੀ ਸੀ ਤਾਂ ਉਸਨੇ ਸਾਂਝੀ ਕਿਉਂ ਨਹੀਂ ਕੀਤੀ। ਸੀਆਈਡੀ ਇੰਸਪੈਕਟਰ ਦੇ ਦਾਅਵੇ ਦੀ ਸੱਚਾਈ ਦਾ ਪਤਾ ਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਸੀਆਈਡੀ ਇੰਸਪੈਕਟਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇਸ ਗੱਲ ਦਾ ਦਾਅਵਾ ਕਰ ਰਿਹਾ ਹੈ ਕਿ ਉਸਦੇ ਕੋਲ ਨੂੰ ਹਿੰਸਾ ਨੂੰ ਲੈ ਕੇ ਪਹਿਲਾਂ ਤੋਂ ਜਾਣਕਾਰੀ ਸੀ। ਅਨਿਲ ਵਿਜ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਮੁਤਾਬਕ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ 102 ਐਫਆਈਆਰ ਦਰਜ ਕੀਤੀਆਂ ਗਈਆਂ ਨੇ, 202 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 80 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਤਾਂ ਹਰਿਆਣਾ ਦੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਕੋਈ ਖੂਫੀਆ ਜਾਣਕਾਰੀ ਨਹੀਂ ਸੀ। ਸੀਆਈਡੀ ਇੰਸਪੈਕਟਰ ਦੇ ਦਾਅਵੇ ਦੀ ਪੜਤਾਲ ਕੀਤੀ ਜਾ ਰਹੀ ਹੈ। पता नहीं किसके पास था किसके पास नहीं था, मुझे इसकी जानकारी नहीं है। कम से कम मुझे तो मालूम नहीं था, टू बी वेरी फेयर एंड फ्रैंक। और मैंने एसीएस होम से भी पूछा था, डीजीपी से भी पूछा था, वो भी कह रहे थे हमें जानकारी नहीं है। लेकिन अब एक वीडियो वायरल हो रहा है कि वहाँ पर कोई सीआईडी का इंस्पेक्टर है, तो वो ये कह रहा है कि हाँ मुझे तो पता था सारा। तो भाई तेरे को पता था तो तूने किसको बताया, किस अधिकारी को बताया, किस स्तर का तेरे को पता था? क्या तेरे को पता था इस स्तर का इतना बड़ा कांड हो जाएगा? तो अब उसकी मैंने एसीएस होम को भेज दिया वो वीडियो जो सर्कुलेट हो रही है कि भाई इसकी जांच करो कि भाई इसने किसको बताया, कहाँ बताया, किसके कहाँ तक पहुँचा, और जिसको पता था उन्होंने फिर क्या इंतजाम किए। ये भी तो है ना जी, अगर पता था तो क्या इंतजाम किए, यही तो जनता पूछ रही है ना। जनता कहते हैं हर प्रश्न का जवाब देना पड़ेगा। राजस्थान के मुख्यमंत्री अशोक गहलोत जो है वो आरोप लगा रहे हैं कि मोनू मानेसर को पकड़ने को लेकर जब पहुंची थी राजस्थान की पुलिस तो उस समय सहयोग नहीं किया गया था, उल्टा राजस्थान की पुलिस पर जो है एफआईआर दर्ज किया गया। नहीं अब देखिए गैर जिम्मेदाराना ये जो कांग्रेस के चीफ मिनिस्टर हैं ये दे आर नोन फॉर इट। सारे हिंदुस्तान में ये गैर जिम्मेदाराना बातें करते हैं। कौन सी पुलिस को आपने रोका, कब रोका हमने? वो आए पकड़े, उनका मुजरिम है। हम भी तो जाते हैं बाहरले प्रदेशों से पकड़ने के लिए, सभी सहयोग करते हैं, हम भी सहयोग करेंगे। तो मुख्यमंत्री जी ने जब कह दिया सहयोग करेंगे, मुख्यमंत्री से बड़ा भी कोई मुखिया होता है? मुख्यमंत्री जी ने कह दिया कि आइए ना आप पकड़िए, तो फिर क्यों नहीं पकड़ते? क्या लगता है तो राजनीतिक बयानबाजी नहीं, अब ये सारा देखो ये राजनीतिक है, पर अब ऐसे मुद्दों के ऊपर लोगों की लाशों के ऊपर राजनीति नहीं करनी चाहिए, कभी नहीं करनी चाहिए। सर मोनू मानेसर जो है वो अभी भी टीवी चैनल्स के ऊपर जो है वो डिबेट में हिस्सा ले रहा है, वो कहाँ है, उसकी एक्चुअल लोकेशन क्या है, उसको पकड़ा जाएगा नहीं पकड़ा जाएगा, राजस्थान में है या फिर हरियाणा में है, किस बिना पर वो टीवी पर बैठ के डिबेट कर रहा है, उसको पकड़ा क्यों नहीं जा रहा अभी तक? मैं नहीं रखता, उसको पकड़ा जाएगा, हर हालत में पकड़ा जाएगा। उसने जो जुर्म किया है उसको सजा मिलेगी, डेफिनेटली मिलेगी। ਨੂਜ ਹੋਈ ਹਿੰਸਾ ਨਾਲ ਹਰਿਆਣਾ ਦਹਿਲ ਗਿਆ। ਭੜਕੀ ਭੀੜ ਨੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਿੰਸਾ ਨੇ ਕਈ ਲੋਕਾਂ ਦੀ ਜਾਨ ਲੈ ਲਈ, ਕਈ ਘਰ ਉਜੜ ਗਏ ਅਤੇ ਹੁਣ ਨੂੰ ਪ੍ਰਸ਼ਾਸਨ ਦਾ ਐਕਸ਼ਨ ਵੀ ਨਜ਼ਰ ਆ ਰਿਹਾ ਹੈ, ਜਿੱਥੇ ਤਾਵੜੂ ਇਲਾਕੇ 'ਚ ਰੋਹੰਗੀਆ ਭਾਈਚਾਰੇ ਦੇ ਲੋਕਾਂ ਦੀਆਂ ਝੁੱਗੀਆਂ ਤੇ ਪ੍ਰਸ਼ਾਸਨ ਨੇ ਪੀੜਾ ਪੰਜਾ ਚਲਾਇਆ। ਵੱਡੀ ਗਿਣਤੀ 'ਚ ਝੁੱਗੀਆਂ ਨੂੰ ਤੋੜਿਆ ਗਿਆ। ਝੁੱਗੀਆਂ 'ਚ ਰਹਿਣ ਵਾਲੇ ਰੋਹਿੰਗੀਆ ਲੋਕਾਂ ਤੇ ਹਿੰਸਾ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ, ਜਿਨ੍ਹਾਂ ਤੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦਾ ਇਲਜ਼ਾਮ भी है। जो भूमि थी ये HSBP से संबंधित थी और यहाँ पर अवैध रूप से लोगों ने कब्जा किया हुआ था, जिसको नियमानुसार कार्रवाई करके ये कब्जे से मुक्त करवाई गई है।
ਨੂੰ ਹਿੰਸਾ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਅਤੇ ਸਰਕਾਰ ਕਿਸੇ ਵੀ ਦੰਗਾਕਾਰੀ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਹੈ। ਇਸ ਵਿਚਾਲੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਹੈ ਕਿ ਦੰਗੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਉਹਨਾਂ ਤੋਂ ਹੀ ਕਰਵਾਈ ਜਾਵੇਗੀ। नहीं, जहाँ जहाँ पर आवश्यकता होगी हम बुलडोज़र भी चलाएंगे और हमने हरियाणा में एक्ट पास किया हुआ है कि अगर दंगों के दौरान कोई नुकसान हो जाए तो उसकी भरपाई उसी से करवाई जाती है। ਨੂੰ ਦੀ ਹਿੰਸਾ ਨੇ ਕਰੋਨਾ ਕਾਲ ਦੀ ਯਾਦ ਤਾਜ਼ਾ ਕਰਵਾ ਦਿੱਤੀ। ਉਸ ਸਮੇਂ ਕੰਮ ਜਾਣ ਕਾਰਨ ਮਜ਼ਦੂਰ ਸਮਾਨ ਲੈ ਕੇ ਆਪੋ ਆਪਣੇ ਘਰੇ ਵਾਪਸ ਜਾਣ ਲਈ ਪੈਦਲ ਹੀ ਨਿਕਲ ਪਏ ਸੀ ਅਤੇ ਹੁਣ ਵੀ ਹਿੰਸਾ ਕਾਰਨ ਨੂੰ 'ਚ ਕੰਮ ਬੰਦ ਹੋ ਗਿਆ ਅਤੇ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਸੜਕਾਂ ਤੇ ਤੁਰ ਪਏ ਨੇ। अपने गांव जा रहे हैं बाबूजी। क्यों? काम धंधा नहीं लग रहा है, खाने के लिए कुछ बचा भी नहीं है हमारे पास, इसलिए गांव जा रहे हैं। और कहाँ रहते थे आप? नूहू में रहते थे। नूहू में रहते थे? जी सर। और क्या काम धंधा करते थे? यही मजदूरी करते थे। ये दंगे वगैरह की वजह से आप लोगों का काम धंधा बंद हो गया? काम धंधा बंद हो गया बाबूजी, से कहाँ जा रहे हैं, हमारे भी बच्चे हैं, अब क्या खिलाएंगे हम लोग, क्या खाएंगे। ਜ਼ਿਕਰਯੋਗ ਹੈ ਕਿ ਇਸ ਹਿੰਸਾ ਨੂੰ ਲੈ ਕੇ ਹੁਣ ਤੱਕ 102 ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਨੇ ਅਤੇ ਕਰੀਬ 202 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਖੈਰ ਦੋਸ਼ੀ ਆਪਣੇ ਕੀਤੇ ਦੀ ਸਜ਼ਾ ਤਾਂ ਜ਼ਰੂਰ ਭੁਗਤਣਗੇ, ਪਰ ਸਵਾਲ ਇਹ ਹੈ ਕਿ ਨਫ਼ਰਤ ਦੀ ਇਹ ਅੱਗ ਕਦੋਂ ਬੁਝੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।